Hello everyone, welcome to Victor's Knowledge. This is Sheenu Sharma. So today we are going to take up another important session with which we are going to end up with our course. So ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਟੌਪਿਕ ਡਿਸਕਸ ਕਰੂੰਗੀ ਜਿਹਦੇ ਵਿੱਚੋਂ 100% ਕੋਈ ਵੀ ਪੇਪਰ ਜਿਹੜੇ ਪੇਪਰ ਦਾ ਕੁਆਂਟ ਸਿਲੇਬਸ ਦਾ ਹਿੱਸਾ ਹੈ ਇਹ ਟੌਪਿਕ ਆਉਣਾ ਹੀ ਆਉਣਾ ਤੁਹਾਨੂੰ। ਸੋ ਟਾਈਮ ਵਰਕ, ਬੋਰਡ, ਸਟਰੀਮ, ਟ੍ਰੇਨ ਇਹਨਾਂ ਨਾਲ ਰਿਲੇਟਡ ਜਿਹੜੇ ਕਨਸੈਪਟ ਨੇ ਇੰਪੋਰਟੈਂਟ ਉਹ ਸਾਰੇ ਅੱਜ ਆਪਾਂ ਇਸ ਲੈਕਚਰ ਵਿੱਚ ਕਵਰ ਕਰਾਂਗੇ ਤੇ ਮੈਂ ਦੁਬਾਰਾ ਤੋਂ ਰਿਪੀਟ ਕਰ ਰਹੀ ਹਾਂ ਕਿ 100% ਤੁਸੀਂ ਜਦੋਂ ਕੁਐਸਚਨ ਪੇਪਰ ਖੋਲਣਾ ਤੁਹਾਨੂੰ ਇਸ ਟੌਪਿਕ ਚੋਂ ਕੁਐਸਚਨ ਦੇਖਣ ਨੂੰ ਮਿਲਣਾ ਹੀ ਮਿਲਣਾ ਹੈ। ਸੋ ਚਾਹੇ ਤੁਸੀਂ ਹੋਰ ਕੋਈ ਵੀ ਟੌਪਿਕ ਨੂੰ ਥੋੜਾ ਘੱਟ ਧਿਆਨ ਦੇ ਕੇ ਤਿਆਰ ਕਰ ਲਓ ਪਰ ਇਹ ਟਾਈਮ ਵਰਕ, ਬੋਰਡ, ਸਟਰੀਮ, ਟ੍ਰੇਨ ਵਾਲਾ ਟੌਪਿਕ ਤੁਸੀਂ ਬਹੁਤ ਚੰਗੀ ਤਰ੍ਹਾਂ ਡੈਫੀਨੇਟਲੀ ਤਿਆਰ ਕਰਕੇ ਜਾਣਾ ਹੈ। ਸੋ ਨਾਓ ਸਟਾਰਟਿੰਗ ਵਿਦ ਫਰਸਟ ਟੌਪਿਕ ਟਾਈਮ ਐਂਡ ਵਰਕ। ਕਿੰਨਾ ਸਮਾਂ ਕੋਈ ਇਨਸਾਨ ਕਿਸੇ ਕੰਮ ਕਰਨ ਨੂੰ ਲਗਾ ਰਿਹਾ ਹੈ ਸੋ ਉਸ ਚੀਜ਼ ਦੀ ਕੈਲਕੂਲੇਸ਼ਨ ਆਪਾਂ ਨੇ ਕਰਨੀ ਹੈ। ਮੰਨ ਲਓ ਕੋਈ ਇੱਕ ਪਰਸਨ ਹੈ ਉਹ x ਦਿਨ ਲਗਾ ਕੇ ਪੂਰਾ ਕੰਮ ਕੰਪਲੀਟ ਕਰਦਾ ਤਾਂ ਉਹ ਇੱਕ ਦਿਨ 'ਚ ਕਿੰਨਾ ਕੰਮ ਕਰੂ। ਸੋ ਜੇ ਟੋਟਲ ਉਹ ਇੱਕ ਪੂਰਾ ਕੰਮ x ਦਿਨ 'ਚ ਕਰ ਰਿਹਾ ਤਾਂ ਇੱਕ ਦਿਨ 'ਚ ਉਹ ਕਰੂਗਾ 1/x। ਪਹਿਲਾਂ ਤਾਂ ਤੁਸੀਂ ਹਰ ਕੁਐਸਚਨ 'ਚ 1 ਡੇ ਦਾ ਵਰਕ ਕੱਢ ਲੈਣਾ। If A is x time as good as work than B, then A will take 1x of the time that B take. ਮੰਨ ਲਓ A ਕਿਸੇ ਨਾਲੋਂ 4 ਗੁਣਾ ਜ਼ਿਆਦਾ ਤੇਜ਼ ਹੈ ਕੰਮ ਕਰਨ 'ਚ ਤਾਂ ਉਹਦਾ ਮਤਲਬ ਹੈ ਉਹ ਉਸ ਇਨਸਾਨ ਤੋਂ ਕਿੰਨਾ ਟਾਈਮ ਘੱਟ ਲਊਗਾ 1/4। ਸੋ ਉਹਨਾਂ ਟਾਈਮ ਉਹ ਉਸ ਇਨਸਾਨ ਤੋਂ ਘੱਟ ਲਊਗਾ ਉਹਨਾਂ ਉਹ ਛੇਤੀ ਕੰਮ ਕਰੂਗਾ। ਸੋ ਇਹ ਕੁਝ ਇਹੋ ਜਿਹੀਆਂ ਸਿਚੁਏਸ਼ਨਸ ਨੇ ਜਿਹੜੇ ਤੁਹਾਨੂੰ ਹਰ ਕੁਐਸਚਨ ਦੇ ਵਿੱਚ ਅਪਲਾਈ ਕਰਨ ਦੀ ਜ਼ਰੂਰਤ ਪਊਗੀ। ਉਸ ਤੋਂ ਬਾਅਦ ਹੈ ਮਲਟੀਪਲ ਰੇਸ਼ੋ ਦੇ ਵਿੱਚ ਆਪਾਂ ਕੱਢਦੇ ਹੁੰਦੇ ਹਾਂ ਕਪੈਸਿਟੀ ਹੈ ਜਿੱਥੇ ਆਪਾਂ ਨੇ ਇਹ ਦੇਖਣਾ ਹੋਵੇ ਕਿ 3 ਬੰਦੇ ਇੰਨਾ ਕੰਮ ਕਰਦੇ ਨੇ 4 ਵਿਮਨ ਇੰਨਾ ਕਰਦੀਆਂ ਨੇ। ਸੋ ਉੱਥੇ ਜਦੋਂ ਆਪਾਂ ਨੇ ਕਪੈਸਿਟੀ ਕੱਢਣੀ ਹੈ ਤਾਂ ਆਪਾਂ ਉਹਨੂੰ ਇਸ ਫਾਰਮ ਦੇ ਵਿੱਚ ਰੇਸ਼ੋ ਦੀ ਫਾਰਮ ਦੇ ਵਿੱਚ ਆਪਾਂ ਲਿਖ ਲੈਂਦੇ ਹਾਂ। ਉਸ ਤੋਂ ਬਾਅਦ ਹੈ ਇੱਕ ਹੋਰ ਇੰਪੋਰਟੈਂਟ ਫਾਰਮੂਲਾ ਜੋ ਤੁਹਾਨੂੰ ਬਾਰ-ਬਾਰ ਕੁਐਸਚਨ 'ਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਪਲਾਈ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਸੋ ਜੇ ਕੋਈ ਕੰਮ x ਕਰ ਰਿਹਾ ਹੈ ਕਿਸੇ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ, ਮੰਨ ਲਓ ਟਾਈਮ ਪੀਰੀਅਡ ਹੈ a ਤੇ y ਉਸ ਕੰਮ ਨੂੰ ਕਰ ਰਿਹਾ ਹੈ b 'ਚ। ਕੁਐਸਚਨ ਪੁੱਛਿਆ ਹੋਵੇ ਕਿ ਦੋਨੋਂ ਇਕੱਠੇ ਕਿੰਨੇ ਸਮੇਂ 'ਚ ਸੇਮ ਕੰਮ ਕਰਨਗੇ ਸੋ ਉੱਥੇ ਤੁਸੀਂ ਹੋਰ ਕੋਈ ਚੀਜ਼ ਨਹੀਂ ਲੱਭਣੀ, ਸਿੱਧਾ ਸਿੱਧਾ ਇਹ ਫਾਰਮੂਲਾ ਲਗਾ ਦੇਣਾ ਜਿੱਥੇ ਦੋਨਾਂ ਦਾ ਤੁਹਾਨੂੰ ਇਕੱਠੇ ਸਿਰਫ ਟਾਈਮ ਪੁੱਛਿਆ ਹੋਵੇ, ਦਿਨ ਪੁੱਛੇ ਹੋਣ। ਸੋ ਡੇਜ਼ ਕਿੰਨੇ ਲਗਾਉਣਗੇ ਦੋਨੋਂ ਕੰਮ ਕਰਨ ਦੇ ਵਿੱਚ ਜਿੱਥੇ ਕੁਐਸਚਨ ਦੇ ਵਿੱਚ ਸਿਰਫ ਤੁਹਾਨੂੰ ਉਹਨਾਂ ਦਾ ਆਪਣਾ ਇੰਡੀਵਿਜੂਅਲ ਟਾਈਮ ਦਿੱਤਾ ਹੋਵੇ। ਸੋ ਉੱਥੇ ਤੁਸੀਂ ਜੋ ਇੰਡੀਵਿਜੂਅਲ ਟਾਈਮ ਹੈ ਉਹਨੂੰ ਮਲਟੀਪਲਾਈ, ਡਿਵਾਈਡ ਉਹਨਾਂ ਦਾ ਪਲੱਸ ਇਹ ਫਾਰਮੂਲਾ ਲਗਾਉਣਾ। ਤੇ ਅੱਜ ਇਸੇ ਲੈਕਚਰ ਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਕੁਐਸਚਨ ਸੋਲਵ ਵੀ ਕਰਕੇ ਦਿਖਾਉਂਗੀ ਕਿ ਇਹਨੂੰ ਆਪਾਂ ਨੇ ਕਿਵੇਂ ਅਪਲਾਈ ਕਰਨਾ ਹੈ ਸੋ ਉਹਦੇ ਨਾਲ ਤੁਹਾਨੂੰ ਹੋਰ ਕਲੀਅਰ ਹੋ ਜੂ। ਸਿੰਪਲੀ ਇਹ ਜਿਹੜਾ ਇੱਕ ਫਾਰਮੂਲਾ ਹੈ ਇਹਨੂੰ ਤਾਂ ਤੁਸੀਂ ਆਪਣੀ ਟਿਪਸ ਤੇ ਕਰ ਲਓ। ਸੋ ਪਹਿਲਾ ਕੁਐਸਚਨ ਹੈ ਦਿਨੇਸ਼ ਐਂਡ ਰਾਮ ਕੈਨ ਡੂ ਅ ਵਰਕ। ਦੋਨੋਂ ਇੱਕ ਕੰਮ ਨੂੰ 80 ਮਿੰਟ ਤੇ 120 ਮਿੰਟ 'ਚ ਕਰ ਸਕਦੇ ਨੇ। ਜੇ ਉਹ ਦੋਨੋਂ ਇਕੱਠੇ ਕੰਮ ਕਰਨ ਲੱਗਣ ਤਾਂ ਕਿੰਨਾ ਸਮਾਂ ਲੱਗੂ। ਹੁਣ ਇਹ ਕੁਐਸਚਨ ਜੇ ਤੁਸੀਂ ਇੱਕ ਇੱਕ ਕਰਕੇ ਸੋਲਵ ਕਰਨ ਲੱਗੋ ਦਿਨੇਸ਼ ਇੰਨਾ ਕਰਦਾ 1 ਕੰਮ ਇੰਨੇ 'ਚ ਕਰਦਾ x ਇੰਨੇ 'ਚ ਤਾਂ ਉਹ ਤੁਹਾਡਾ ਕੁਐਸਚਨ ਕਦੇ ਵੀ ਸੋਲਵ ਨਹੀਂ ਹੋਣ ਲੱਗਿਆ। ਜਿਹੜਾ ਮੈਂ ਤੁਹਾਨੂੰ ਪਿਛਲੀ ਸਲਾਈਡ ਵਿੱਚ ਲਾਸਟ ਤੇ ਇੱਕ ਸਿੰਪਲ ਜਿਹਾ ਫਾਰਮੂਲਾ ਦੱਸਤਾ ਉਹ ਇਸ ਸਿਚੁਏਸ਼ਨ ਦੇ ਵਿੱਚ ਅਪਲਾਈ ਹੁੰਦਾ ਹੈ। 2 ਜਾਣਿਆਂ ਦਾ ਕੱਲੇ ਦਾ ਕੰਮ, 2 ਜਾਣਿਆਂ ਦਾ ਪੁੱਛਿਆ ਹੋਇਆ ਹੈ ਕਿ ਜੇ ਇਕੱਠੇ ਕੰਮ ਕਰਨ ਤਾਂ ਕਿੰਨੇ ਸਮੇਂ 'ਚ ਕਰਨਗੇ। ਸੋ ਸਿੰਪਲ ਉੱਥੇ ਕੀ ਆਪਾਂ ਨੇ ਫਾਰਮੂਲਾ ਲਗਾਉਣਾ ਹੈ AB upon A plus B। ਸੋ A ਦੀ ਉਰੇ ਹੈ ਆਪਣੇ ਕੋਲ ਟਾਈਮ ਪੀਰੀਅਡ 80 ਤੇ B ਦਾ ਹੈ 120। ਸੋ 80 multiply by 120 divide by 80 plus 120 ਸੋ 9600 upon 200 ਇਹ ਆ ਜਾਊਗਾ 48 ਮਿੰਟ। 30 ਸੈਕਿੰਡ ਦਾ ਵੀ ਇੱਕ ਕੁਐਸਚਨ ਨਹੀਂ ਹੈ ਪਰ ਪੇਪਰ 'ਚ ਇਹਨੂੰ ਦੇਖ ਕੇ ਆਪਾਂ ਘਬਰਾ ਜਾਂਦੇ ਹਾਂ। ਅਗਲਾ ਕੁਐਸਚਨ ਹੈ A can do a work in 12 days। A ਇੱਕ ਕੰਮ ਨੂੰ 12 ਦਿਨਾਂ 'ਚ ਕਰਦਾ, B ਕੰਮ ਕਰਦਾ 60% A ਨਾਲੋਂ ਜ਼ਿਆਦਾ ਤੇਜ਼ ਤਾਂ B ਕਿੰਨੇ ਦਿਨਾਂ 'ਚ ਕੱਲਾ ਕੋਈ ਕੰਮ ਫਿਨਿਸ਼ ਕਰ ਸਕਦਾ ਹੈ। ਸੋ A ਦਾ ਇੱਕ ਦਿਨ ਦਾ ਕੰਮ ਹੈ 1/12 ਕਿਉਂਕਿ ਉਹ 12 ਦਿਨਾਂ 'ਚ ਪੂਰਾ ਕੰਮ ਕਰਦਾ ਤਾਂ ਇੱਕ ਦਿਨ 'ਚ 1/12 ਕਰੂਗਾ। B ਇੱਕ ਦਿਨ 'ਚ ਕਰੂਗਾ 1/12 ਤੇ 60% ਜ਼ਿਆਦਾ ਉਹ ਫਾਸਟ ਕਰਦਾ ਤਾਂ ਮਤਲਬ ਜਿੰਨਾ ਕੰਮ A ਕਰਦਾ ਉਹਦੇ ਨਾਲੋਂ
60% ऐड हो जाऊगा। सो 1/12 मल्टीप्लाई बाय 160 अपॉन 100 इन्ना काम करदा, इन्हू सॉल्व करांगे आ जाऊगा 2/15। मतलब जिहड़ा बी है वो कल्ला कितना काम करदा है, यही क्वेश्चन पूछा हुआ है। सो 15/2 जो इन्हू आपां सॉल्व करांगे फ्रैक्शन विच ए बन जाऊगा 7/1/2 दिन। सो जो काम करन नू ए नू 12 दिन लगदे ने, ਉਹ ਕੰਮ B क्योंकि 60% ज्यादा तेज आ 7.5 दिन विच ही कर दिंदा है। सो नेक्स्ट क्वेश्चन है, जे 5 मैन ते 2 बॉयज 5 मैन ते 2 बॉयज इकट्ठे काम करते ने, कैन डू 4 टाइम्स एज मच वर्क पर आवर। एक घंटा ये इकट्ठे होके उन्ना काम करते ने जिन्ना एक मैन ते एक बॉय काम करता है। सो अपन ने कंपेयर करना है कि किन्ना काम करते हैं मैन बॉय दे कंपैरेटिवली। सो उरे अपन ने की करना है, अपन नु कहता कि जिन्ना 5 मैन ते 2 बॉयज काम करते ने एक दिन च, उन्ना एक मैन क्योंकि 4 गुना ज्यादा करते ने। सो ये किदे बराबर, इन्हां दे एक दिन दा काम किदे बराबर हो गया, एक मैन ते 4 एक बॉय दे 4 दिनां दे काम दे बराबर हो गया। सो पहला तो तुसी ये चीज समझो। सो ये अपने कोल इक्वेशन बन गई। हुण इहनू जदों आपां सॉल्व करांगे 5m + 2b = 4m + 4b, ये m इधर चला जाऊगा, b इधर आ जाऊगा। सो ये अपने कोल सॉल्व करके आ जाऊगा 1m = 2b। m अपॉन b कितना हो गया 2:1। सो अपने कोल क्वेश्चन च रेशो ही पूछी हुई है कि कंपेयर करो मैन ते बॉय आपस च कितना काम करते ने। सो 2:1 च काम करते ने। हुण मैं उन्हें रिपीट करके तुहानू दोबारा समझा दिंदी हां कि ये इक्वेशन बनी किवें। क्वेश्चन कह रहा है कि जिन्ना काम 5 बंदे ते 2 मुंडे एक दिन च करते ने, उन्ना काम जिहड़ा एक मुंडा ते एक बंदा वो 4 दिनां च करते ने। सो ए हो गया ਇਹਦੇ बराबर, क्योंकि क्वेश्चन कह रहा सी कि ए 4 टाइम्स ज्यादा काम कर लेंदे ने एक दिन च। सो ਆਪਾਂ ਨੇ सिर्फ क्वेश्चन ਦੇ ਜਿਹੜੇ वर्ड्स ने ਉਹਨਾਂ ਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋਲੂਸ਼ਨ ਆਪਣੇ ਆਪ ਆਪਾਂ ਨੂੰ ਦਿਖਦਾ ਜਾਊਗਾ। A completes a work in 15 days। A टोटल ਕੰਮ, टोटल पूरा ਇੱਕ ਕੰਮ 15 ਦਿਨਾਂ ਚ ਕਰਦਾ ਤਾਂ A ਇੱਕ ਦਿਨ ਚ ਕਿੰਨਾ ਕੰਮ ਕਰਦਾ 1/15। B ਹੈ ਜਿਹੜਾ ਉਹ ਟੋਟਲ ਸੇਮ ਕੰਮ 20 ਦਿਨਾਂ ਚ ਕਰਦਾ ਤਾਂ B ਦਾ ਇੱਕ ਦਿਨ ਦਾ ਕੰਮ ਹੋ ਗਿਆ 1/20। ਦੋਨੋਂ ਜੇ ਇਕੱਠੇ A ਨੇ ਕੰਮ ਸਟਾਰਟ ਕੀਤਾ ਪਹਿਲਾਂ ਇਕੱਲੇ ਨੇ, ਇੱਕ ਦਿਨ ਤੋਂ ਬਾਅਦ ਉਹਨੂੰ B ਨੇ ਜੁਆਇਨ ਕੀਤਾ। ਹਾਊ ਮੈਨੀ ਡੇਜ਼ ਵਿਲ ਦੇ ਨਾਓ ਟੇਕ ਟੂਗੇਦਰ ਟੂ ਕੰਪਲੀਟ ਦ ਰਿਮੇਨਿੰਗ ਵਰਕ। ਸੋ ਇੱਕ ਦਿਨ ਚ ਕਿੰਨਾ ਕੰਮ ਕਰ ਲਿਆ ਸੀ ਦੋਨਾਂ ਨੇ। ਪਹਿਲਾਂ ਤਾਂ ਇਹ ਚੀਜ਼ ਵਰਕ A + B ਟੂਗੇਦਰ। सो A ते B इकट्ठा कितना काम करते हैं 1/15 + 1/20। इनू सॉल्व करांगे ये आ जाऊगा 7/60। हुण एक दिन काम कर लिया सी A ने, उस तो बाद उन्होंने B ने ज्वाइन किया तो काम बचिया कितना सी, एक दिन दा आपां माइनस कर दांगे A दा, काम बचिया सी 14/15। हुण जिहड़ा 7/60 काम है जिहड़ा इन्हां ने इकट्ठा किया, इनू कंप्लीट कर सकते हैं A ते B। इन्ना काम एक दिन दा इन्हां दा इकट्ठियां दा। सो एक दिन च तो हुण 14/15 जो रिमेनिंग काम सी ਉਹ ਕਿੰਨੇ ਸਮੇਂ ਚ ਇਹਨਾਂ ਨੇ ਕੰਪਲੀਟ ਕੀਤਾ ਹੋਊਗਾ। ਸੋ ਸਿੰਪਲ 14/15 ਗੁਣਾ ਉਰੇ ਆਪਾਂ ਕਰਾਂਗੇ 60/7 ਨੂੰ, ਜੋ ਟੋਟਲ ਇਹ ਤਾਂ ਇਹਨਾਂ ਦਾ ਇੱਕ ਦਿਨ ਦਾ ਇਕੱਠਾ ਕੰਮ ਸੀ, ਟੋਟਲ ਰਿਮੇਨਿੰਗ ਕੰਮ ਚ ਆਪਾਂ ਇਹਨਾਂ ਨੂੰ ਉਲਟਾ ਲਿਖ ਦਿੰਨੇ ਹੁੰਨੇ ਆ। ਸੋ ਟੋਟਲ ਵਰਕ ਬਣ ਜਾਂਦਾ। ਸੋ ਇਹਨੂੰ ਆਪਾਂ ਸੋਲਵ ਕਰਾਂਗੇ, ਆਨਸਰ ਆ ਜਾਊਗਾ 8 days ऑप्शन ए। ਤੇ ਮੈਂ ਰਿਪੀਟ ਉਰੇ ਕਰਨਾ ਚਾਹੁੰਦੀ ਆ ਕਿ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਪੇਪਰ ਚ ਡੈਫੀਨੇਟਲੀ ਦੇਖਣ ਨੂੰ ਮਿਲਣਗੇ ਹੀ ਮਿਲਣਗੇ। ਪਹਿਲਾਂ ਤੁਸੀਂ ਦੋਨਾਂ ਦਾ ਕੱਲਿਆਂ ਦਾ ਕੰਮ ਕੱਢਣਾ, ਫਿਰ ਤੁਸੀਂ ਰਿਮੇਨਿੰਗ ਕੰਮ ਜਿਹਨੇ ਪਹਿਲਾਂ ਕੰਮ ਕਰ ਲਿਆ ਕਿੰਨੇ ਦਿਨ ਕਰ ਲਿਆ ਉਸ ਚੀਜ਼ ਨੂੰ ਕੈਲਕੂਲੇਟ ਕਰਕੇ ਤੁਸੀਂ ਇੱਕ ਚੋਂ ਮਾਈਨਸ ਕਰਕੇ ਰਿਮੇਨਿੰਗ ਕੰਮ ਬਚਿਆ ਹੋਇਆ ਕੰਮ ਕੱਢਣਾ। ਫਿਰ ਤੁਸੀਂ ਦੇਖਣਾ ਕਿ ਦੋਨੋਂ ਮਿਲ ਕੇ ਇੱਕ ਦਿਨ ਚ ਕਿੰਨਾ ਕੰਮ ਕਰ ਸਕਦੇ ਨੇ ਤੇ ਦੋਨੋਂ ਮਿਲ ਕੇ टोटल कितना काम कर सकते हैं। सो एक दिन का कट के ਉਹਨੂੰ ਜਦੋਂ ਆਪਾਂ ਉਲਟਾ ਕਰ ਦਾਂਗੇ ਉਹ ਟੋਟਲ ਕੰਮ ਬਣ ਜਾਂਦਾ। ਉਹਨੂੰ ਤੁਸੀਂ ਜਿੰਨਾ ਹਿੱਸਾ ਬਚਿਆ ਉਹਦੇ ਨਾਲ ਸਿੰਪਲੀ ਮਲਟੀਪਲਾਈ ਕਰ ਦੇਣਾ, ਤੁਹਾਡੇ ਕੋਲ ਦਿਨ ਨਿਕਲ ਆਉਣਗੇ। ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਟੌਪਿਕ ਆਉਂਦਾ ਹੈ ਬੋਟ ਤੇ ਸਟਰੀਮ ਦਾ। ਪਾਣੀ ਦਾ ਬਹਾਵ ਕਿਵੇਂ ਹੈ, ਸਟਿਲ ਵਾਟਰ 'ਚ ਕਿੰਨੀ ਸਪੀਡ ਹੈ, ਕਰੰਟ ਦੀ ਕਿੰਨੀ ਸਪੀਡ ਹੈ।
ਸੋ ਇਹ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਫਾਰਮੂਲੇ ਸਿੱਧੇ ਸਿੱਧੇ ਯਾਦ ਹੋਣੇ ਚਾਹੀਦੇ ਨੇ ਤੇ ਉਦੋਂ ਹੀ ਪੱਕੇ ਹੁੰਦੇ ਨੇ ਇਸ ਟਾਈਪ ਦੇ ਕੁਐਸਚਨ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਇਹਨਾਂ ਨੂੰ ਅਪਲਾਈ ਕਰਦੇ ਜਾਓਗੇ। ਸੋ ਡਾਇਰੈਕਸ਼ਨ ਜਿਹੜੀ ਪਾਣੀ ਦੇ ਬਹਾਵ ਦੇ ਨਾਲ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਡਾਊਨਸਟ੍ਰੀਮ। ਜਦੋਂ ਤੁਸੀਂ ਪਾਣੀ ਦੇ ਬਹਾਅ ਦੇ ਅਗੇਂਸਟ ਜਾ ਰਹੇ ਹੋ ਤਾਂ ਉਹਦਾ ਮਤਲਬ ਹੈ ਅਪਸਟ੍ਰੀਮ। ਲੈਟ ਸਪੀਡ ਆਫ ਬੋਟ ਇਨ ਸਟਿਲ ਵਾਟਰ, ਖੜੇ ਪਾਣੀ ਦੇ ਵਿੱਚ a ਕਿਲੋਮੀਟਰ ਹੈ, ਪਾਣੀ ਦੇ ਬਹਾਵ ਦੀ ਸਪੀਡ ਹੈ b ਕਿਲੋਮੀਟਰ। ਤਾਂ ਉੱਥੇ ਜਦੋਂ ਆਪਾਂ ਨੇ ਡਾਊਨ ਸਟ੍ਰੀਮ ਕੱਢਣਾ ਹੈ ਤਾਂ ਉਹਦੇ ਵਿੱਚ ਤੁਸੀਂ ਸਟਿਲ ਵਾਟਰ ਵਾਲੀ ਤੇ ਸਟ੍ਰੀਮ ਵਾਲੀ ਸਪੀਡ ਨੂੰ ਪਲੱਸ ਕਰੋਗੇ ਕਿਉਂਕਿ ਇਹ ਸੇਮ ਡਾਇਰੈਕਸ਼ਨ ਜਾ ਰਹੀ ਹੈ। ਜਿੱਥੇ ਓਪੋਜ਼ਿਟ ਹੈ ਅਪਸਟ੍ਰੀਮ ਦੀ ਸਪੀਡ ਕੱਢਣੀ ਹੈ ਉੱਥੇ ਤੁਸੀਂ ਸਟਿਲ ਵਾਟਰ ਤੇ ਸਟ੍ਰੀਮ ਦੀ ਸਪੀਡ ਨੂੰ ਮਾਈਨਸ ਕਰ ਦੋਗੇ। If a man rows in still water and rate of current or stream is b ਕਿਲੋਮੀਟਰ ਪਰ ਆਰ, ਸੋ ਉੱਥੇ ਹੁਣ ਜਦੋਂ ਆਪਾਂ ਨੇ ਕਰੰਟ ਦੇ ਨਾਲ ਨਾਲ ਰੇਟ ਕੱਢਣਾ ਹੈ ਕਿਸੇ ਮੈਨ ਦਾ, ਕੋਈ ਬੋਟ ਚਲਾ ਰਿਹਾ ਹੈ ਤਾਂ ਸੇਮ ਜਿਵੇਂ ਆਪਾਂ ਨੇ ਉਰੇ ਦੇਖਿਆ ਪਲੱਸ ਕਰਾਂਗੇ, ਜਿੱਥੇ ਅਗੇਂਸਟ ਜਾ ਰਿਹਾ ਉੱਥੇ ਆਪਾਂ ਮਾਈਨਸ ਕਰਾਂਗੇ। ਹੁਣ ਦੋ ਚੀਜ਼ਾਂ, ਕਈ ਵਾਰ ਆਪਣੇ ਕੋਲ ਸਟਿਲ ਵਾਟਰ ਵਾਲੀ ਸਪੀਡ ਦਿੱਤੀ ਨਹੀਂ ਹੁੰਦੀ, ਆਪਾਂ ਨੂੰ ਉਹ ਕੱਢਣੀ ਪੈਂਦੀ ਹੈ ਜਾਂ ਆਪਾਂ ਨੂੰ ਰੇਟ ਆਫ ਕਰੰਟ ਇਸ ਸਟ੍ਰੀਮ ਦਾ ਜਿਹੜਾ ਰੇਟ ਹੈ ਉਹ ਕੱਢਣਾ ਪੈਂਦਾ। ਸੋ ਉੱਥੇ ਤੁਸੀਂ ਸਿੰਪਲ ਜਿਹਾ ਫਾਰਮੂਲਾ ਯਾਦ ਰੱਖਣਾ ਹੈ, ਹਾਫ ਅੱਗੇ ਲਗਾ ਕੇ ਸਟਿਲ ਵਾਟਰ ਦੇ ਵਿੱਚ ਅਪਸਟ੍ਰੀਮ ਡਾਊਨਸਟ੍ਰੀਮ ਨੂੰ ਪਲੱਸ ਕਰ ਦੇਣਾ, ਜਿੱਥੇ ਰੇਟ ਪੁੱਛਿਆ ਹੋਇਆ ਕਰੰਟ ਦਾ ਸਟ੍ਰੀਮ ਦਾ ਉੱਥੇ ਤੁਸੀਂ ਮਾਈਨਸ ਕਰ ਦੇਣਾ। ਇਸ ਤੋਂ ਇਲਾਵਾ ਕੋਈ ਹੋਰ ਤੀਜਾ ਫਾਰਮੂਲਾ ਤੁਹਾਡੇ ਅਪਲਾਈ ਨਹੀਂ ਹੋਣਾ। ਸੋ ਇਹ ਚੀਜ਼ਾਂ ਨੂੰ ਤੁਸੀਂ ਯਾਦ ਰੱਖੋ। ਇੱਕ ਹੋਰ ਇੰਪੋਰਟੈਂਟ ਚੀਜ਼, ਟ੍ਰੇਨ ਵਾਲੇ ਚਾਹੇ ਕੁਐਸਚਨ ਹੋ ਗਏ ਜਾਂ ਇਹ ਕੁਐਸਚਨ ਹੋ ਗਏ, ਉਰੇ ਕਈ ਵਾਰੀ ਕੁਐਸਚਨ ਦੇ ਵਿੱਚ ਮੀਟਰ ਹੁੰਦਾ ਹੈ, ਆਪਸ਼ਨਸ ਦੇ ਵਿੱਚ ਕਿਲੋਮੀਟਰ ਹੁੰਦਾ ਹੈ ਜਾਂ ਸਪੀਡ ਕਿਲੋਮੀਟਰ ਪਰ ਆਰ ਚ ਹੈ, ਪਰ ਜਿਹੜੀਆਂ ਬਾਕੀ ਡਾਇਮੈਂਸ਼ਨਸ ਨੇ ਉਹ ਮੀਟਰ ਚ ਨੇ, ਸੈਕਿੰਡ ਨੇ। ਸੋ ਇੱਕ ਚੀਜ਼ ਯਾਦ ਰੱਖੋ, ਜੇ ਤੁਸੀਂ ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪਰ ਆਰ ਦੇ ਵਿੱਚ ਬਦਲਣਾ ਤਾਂ ਉੱਥੇ ਤੁਸੀਂ 18/5 ਨਾਲ ਮਲਟੀਪਲਾਈ ਕਰ ਦੋਗੇ ਸਪੀਡ ਨੂੰ। ਜੇ ਇਹਦਾ ਉਲਟਾ ਕਰਨਾ ਆਪਾਂ ਨੇ, ਕਿਲੋਮੀਟਰ ਪਰ ਆਰ ਨੂੰ ਮੀਟਰ ਪਰ ਸੈਕਿੰਡ ਬਦਲਣਾ ਤਾਂ ਉੱਥੇ ਤੁਸੀਂ 5/18 ਨਾਲ ਮਲਟੀਪਲਾਈ ਕਰ ਦੋਗੇ। ਤੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈ, ਨੋਟ ਕਰਨ ਵਾਲੀ। ਬਾਰ-ਬਾਰ ਕੁਐਸਚਨਾਂ, ਸਪੈਸ਼ਲੀ ਜਿਹੜੇ ਅੱਗੇ ਟ੍ਰੇਨ ਵਾਲੇ ਕੁਐਸਚਨ ਆਉਣਗੇ ਉਹਨਾਂ 'ਚ ਬਹੁਤ ਅਪਲਾਈ ਹੁੰਦਾ ਹੈ। ਸੋ ਨੈਕਸਟ ਕੁਐਸਚਨ ਹੈ, ਅ ਮੈਨ ਕੈਨ ਰੋ, ਇੱਕ ਇਨਸਾਨ ਕਿਸ਼ਤੀ ਚਲਾ ਰਿਹਾ ਹੈ ਖੜੇ ਪਾਣੀ 'ਚ ਸਟਿਲ ਵਾਟਰ 6 ਕਿਲੋਮੀਟਰ ਪਰ ਆਰ। ਜਦੋਂ ਪਾਣੀ ਚੱਲ ਰਿਹਾ ਉਹਦਾ ਬਹਾਵ ਹੈ ਤਾਂ 1.2 ਕਿਲੋਮੀਟਰ ਪਰ ਆਰ ਦੀ ਸਪੀਡ ਉਹ ਲੈਂਦਾ ਹੈ ਤੇ 1 ਘੰਟਾ ਉਹਨੂੰ ਲੱਗਦਾ ਹੈ ਕਿਸੇ ਜਗ੍ਹਾ ਤੱਕ ਜਾਣ ਤੇ ਆਉਣ ਦੇ ਵਿੱਚ। ਸੋ ਉਹ ਜਗ੍ਹਾ ਦੀ ਦੂਰੀ ਕਿੰਨੀ ਹੈ, ਡਿਸਟੈਂਸ। ਆਪਣੇ ਕੋਲ ਦੋ ਸਪੀਡਸ ਨੇ। ਸੋ ਸਭ ਤੋਂ ਪਹਿਲਾਂ ਤਾਂ ਸਟਿਲ ਵਾਟਰ 'ਚ ਇੰਨੀ ਸਪੀਡ ਹੈ, ਜਦੋਂ ਰਨ ਕਰਦੀ ਹੈ ਤਾਂ ਉਦੋਂ ਹੈ 1.2। ਸੋ ਡਾਊਨ ਸਟ੍ਰੀਮ ਜਦੋਂ ਉਹ ਜਾ ਰਿਹਾ ਪਾਣੀ ਦੇ ਬਹਾਵ ਦੇ ਨਾਲ ਤਾਂ ਕਿੰਨੀ ਸਪੀਡ ਆਊਗੀ, 6 + 1.2। ਸੋ ਡਾਊਨ ਸਟ੍ਰੀਮ ਦੀ ਸਪੀਡ ਆ ਗਈ 7.2 ਕਿਲੋਮੀਟਰ ਪਰ ਆਰ। ਅਪਸਟ੍ਰੀਮ ਦੇ ਆਪਾਂ ਮਾਈਨਸ ਕਰਦੇ ਹੁੰਦੇ ਆ ਸਟਿਲ ਵਾਟਰ ਚ ਰਨਿੰਗ ਦੀ। ਸੋ 6 ਚੋਂ ਜਦੋਂ ਆਪਾਂ ਨੇ ਮਾਈਨਸ ਕੀਤਾ 1.2 ਤਾਂ ਅਪਸਟ੍ਰੀਮ ਦੀ ਸਪੀਡ ਆ ਗਈ 4.8। ਹੁਣ ਜਿਹੜਾ ਡਿਸਟੈਂਸ ਆਪਾਂ ਨੇ ਕੱਢਣਾ ਉਹਨੂੰ ਆਪਾਂ x ਮੰਨ ਲੈਂਦੇ ਆ। ਸੋ 1 ਘੰਟਾ ਟਾਈਮ ਕਿਹਦੇ ਬਰਾਬਰ ਹੈ, ਟਾਈਮ ਉਰੇ ਬਰਾਬਰ ਹੈ ਆਉਣ ਜਾਣ ਦਾ, ਕਿਉਂਕਿ ਉਰੇ ਟੋਟਲ ਟਾਈਮ ਹੈ। ਸੋ ਟੋਟਲ ਟਾਈਮ ਇਜ਼ ਇਕੁਅਲ ਟੂ ਟੋਟਲ ਜਿਹੜਾ ਸਪੀਡ ਹੈ ਡਿਸਟੈਂਸ ਅਪੋਨ ਜਿੰਨੀ ਸਪੀਡ ਸੀ ਪਲੱਸ ਡਿਸਟੈਂਸ ਅਪੋਨ ਜਿੰਨੀ ਅਪਸਟ੍ਰੀਮ ਦੀ ਸੀ। ਸੋ ਟੋਟਲ ਟਾਈਮ ਆ ਗਿਆ ਇਹ, ਕਿਉਂਕਿ ਟਾਈਮ ਕੀ ਹੁੰਦਾ ਹੈ, ਡਿਸਟੈਂਸ ਅਪੋਨ ਸਪੀਡ। ਸੋ ਡਾਊਨਸਟ੍ਰੀਮ ਅਪਸਟ੍ਰੀਮ ਤੇ ਇਹ ਆਪਾਂ ਨੂੰ ਕੁਐਸਚਨ ਚ ਕਹਿਤਾ ਕਿ 1 ਘੰਟਾ ਹੈ। ਵੈਰੀ ਸਿੰਪਲ, ਸਿੰਪਲੀ ਆਪਾਂ ਨੇ ਇਸ ਇਕੁਏਸ਼ਨ ਤੱਕ ਪਹੁੰਚਣਾ ਸੀ। ਜਦੋਂ ਤੁਸੀਂ ਇਹ ਸਿਚੁਏਸ਼ਨ ਸਮਝ ਲਈ ਤਾਂ ਅੱਗੇ x ਦੀ ਵੈਲਿਊ ਕੱਢਣੀ ਬਹੁਤ ਸੌਖੀ ਹੈ। ਸੋ x ਹੈ ਜਿਹੜਾ ਡਿਸਟੈਂਸ ਹੈ ਉਹ ਇਹਨੂੰ ਸੋਲਵ ਕਰਕੇ ਆ ਜਾਊਗਾ 2.88 ਕਿਲੋਮੀਟਰ। ਅਗਲਾ ਕੁਐਸਚਨ ਦੇਖਦੇ ਹਾਂ, ਇੱਕ ਮੈਨ ਡਾਊਨਸਟ੍ਰੀਮ 30 ਕਿਲੋਮੀਟਰ ਜਾਂਦਾ ਹੈ, ਅਪਸਟ੍ਰੀਮ 18 ਕਿਲੋਮੀਟਰ ਜਾਂਦਾ ਹੈ, 5 ਘੰਟੇ ਲੱਗਦੇ ਨੇ। ਵੈਲੋਸਿਟੀ ਕਿੰਨੀ ਹੈ ਕਰੰਟ ਦੀ, ਕਰੰਟ ਦੀ ਵੈਲੋਸਿਟੀ ਮਤਲਬ ਕਰੰਟ ਦੀ ਸਪੀਡ ਕਿੰਨੀ ਹੈ। ਸੋ ਡਾਊਨਸਟ੍ਰੀਮ 30 ਕਿਲੋਮੀਟਰ, ਰੇਟ ਕਿੰਨਾ ਹੋ ਗਿਆ, ਉਹਦੀ ਸਪੀਡ ਕਿੰਨੀ ਹੋਗੀ ਡਾਊਨਸਟ੍ਰੀਮ, ਡਿਸਟੈਂਸ ਅਪੋਨ ਟਾਈਮ 30/5। ਅਪਸਟ੍ਰੀਮ ਕਿੰਨੀ ਹੋਗੀ 18/5। ਸੋ ਜਿਹੜੀ ਵੈਲੋਸਿਟੀ ਹੁੰਦੀ ਹੁੰਦੀ ਹੈ ਹਾਫ ਡਾਊਨਸਟ੍ਰੀਮ ਮਾਈਨਸ ਅਪਸਟ੍ਰੀਮ। ਸੋ ਜੋ ਤੁਸੀਂ ਇਹਨੂੰ ਸੋਲਵ ਕਰੋਗੇ ਸਿੰਪਲੀ ਤਾਂ ਆ ਜੂਗੀ ਆਪਣੇ ਕੋਲ 1.2 ਕਿਲੋਮੀਟਰ ਪਰ ਆਰ।
सो बहुत ही सिंपल सी, आपां ने सीधा जिहा ये वाला बस फॉर्मूला लगाना सी। अगला क्वेश्चन है, अ मैन कैन रो अपस्ट्रीम। अपस्ट्रीम वो 11 किलोमीटर पर आवर ते जांदा, डाउनस्ट्रीम 16 किलोमीटर पर आवर ते। ਆਪਾਂ ਨੇ ਰੇਟ ਕੱਢਣਾ ਸਟਿਲ ਵਾਟਰ ਦਾ ਤੇ ਕਰੰਟ ਦਾ। ਹੁਣ ਜਦੋਂ ਕਰੰਟ ਦਾ ਰੇਟ ਕੱਢਣਾ ਹੁੰਦਾ ਤਾਂ ਆਪਾਂ ਮਾਈਨਸ ਕਰਦੇ ਆ, ਜਦੋਂ ਸਟਿਲ ਵਾਟਰ ਦਾ ਤਾਂ ਆਪਾਂ ਪਲੱਸ ਕਰਦੇ ਆ। ਸੋ ਸਿੰਪਲੀ ਆਪਾਂ ਨੇ ਬਸ ਉਹਦੇ ਵੈਲਿਊਜ਼ ਪੁੱਟ ਕਰਨੀਆਂ ਨੇ। ਸਟਿਲ ਵਾਟਰ ਦਾ ਰੇਟ ਹੋਊਗਾ ਹਾਫ ਅਪਸਟ੍ਰੀਮ ਪਲੱਸ ਡਾਊਨਸਟ੍ਰੀਮ। ਰੇਟ ਆਫ ਕਰੰਟ ਜੋ ਆਪਾਂ ਨੇ ਪਿੱਛੇ ਵੀ ਕੱਢਿਆ ਸੀ, ਹਾਫ डाउनस्ट्रीम माइनस अपस्ट्रीम। सो इनू सॉल्व करोगे तो आंसर आऊगा 13.5 किलोमीटर पर आवर ते आऊगी 2.5 किलोमीटर पर आवर। अगला क्वेश्चन है, अ बोट गोज 40 किलोमीटर अपस्ट्रीम इन 8 आवर। अपस्ट्रीम ਇਹਦਾ ਸਭ ਤੋਂ ਪਹਿਲਾਂ ਤਾਂ ਸਪੀਡ ਕੱਢ ਲਓ। ਸੋ डिस्टेंस अपॉन टाइम 40/8 ਕਿੰਨੀ ਆ ਗਈ 5 ਕਿਲੋਮੀਟਰ ਪਰ ਆवर। डाउनस्ट्रीम 36/6 डाउनस्ट्रीम आ गई 6 किलोमीटर पर आवर। ਸਿੰਪਲ ਕੁਐਸਚਨ ਪੁੱਛਿਆ ਹੈ ਕਿ ਖੜੇ ਪਾਣੀ ਦੇ ਵਿੱਚ ਕਿੰਨੀ ਸਪੀਡ ਹੋ। ਸੋ ਖੜੇ ਪਾਣੀ 'ਚ ਆਪਾਂ ਐਡ ਕਰ ਦਿੰਦੇ ਆ ਹਾਫ ਅੱਗੇ ਲਗਾ ਕੇ, ਹਾਫ ਡਾਊਨਸਟ੍ਰੀਮ ਪਲੱਸ ਅਪਸਟ੍ਰੀਮ। ਸੋ ਇਹਨੂੰ ਸੋਲਵ ਕਰਾਂਗੇ ਤਾਂ ਆਨਸਰ ਆ ਜਾਊਗਾ 5.5 ਕਿਲੋਮੀਟਰ ਪਰ ਆवर। ਤੁਹਾਨੂੰ ਬਸ ਫਾਰਮੂਲਿਆਂ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ, ਹੋਰ ਤੁਹਾਨੂੰ ਕੋਈ ਵੀ ਡਿਫਿਕਲਟੀ ਨਹੀਂ ਆਉਣੀ। ਬਹੁਤ ਹੀ ਸਿੱਧੇ ਜਿਹੇ ਕੁਐਸਚਨ ਹੁੰਦੇ ਨੇ, ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਹੀ ਸਿਚੁਏਸ਼ਨ ਤੇ ਕੁਐਸਚਨ ਨੂੰ ਸਮਝਦੇ ਹੋਏ ਫਾਰਮੂਲਾ ਕਿਹੜਾ ਲਗਾਉਣਾ ਹੈ। सो नैक्सट हूँ अपने को आ गया ट्रेन वाला टॉपिक। टाइम टेकन बाय अ ट्रेन x मीटर लॉन्ग इन पासिंग अ सिग्नल पोस्ट और पोल और स्टैंडिंग मैन is the same time taken by the train to cover x meter with its own speed। so ਜਿਹੜੀ ट्रेन ਦੀ ਲੰਬਾਈ ਹੈ ਤੇ ਜਦੋਂ ਕਿਸੇ ਸਿਗਨਲ ਪੋਸਟ ਨੂੰ ਜਾਂ ਕਿਸੇ ਖੰਭੇ ਨੂੰ ਜਾਂ ਕਿਸੇ ਖੜੇ ਹੋਏ ਮੈਨ ਨੂੰ ਕ੍ਰਾਸ ਕਰ ਰਹੀ ਹੈ ਤਾਂ ਜਿੰਨੀ ਟ੍ਰੇਨ ਦੀ ਲੰਬਾਈ ਹੈ ਉਹਨੂੰ ਆਪਾਂ ਟ੍ਰੇਨ ਦੀ ਡਿਸਟੈਂਸ ਮੰਨਾਂਗੇ। ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਹੈ ਟਾਈਮ ਟੇਕਨ ਬਾय ਅ ਟ੍ਰੇਨ x ਮੀਟਰ ਲੌਂਗ ਇਜ਼ ਪਾਸਿੰਗ ਸਟੇਸ਼ਨਰੀ ਆਬਜੈਕਟ ਆਫ ਲੈਂਥ y ਮੀਟਰ ਸਚ ਐਜ਼ ਬ੍ਰਿਜ ਟਨਲ ਪਲੇਟਫਾਰਮ। ਜਿੱਥੇ ਕਿਸੇ ਚੀਜ਼ ਨੂੰ ਟ੍ਰੇਨ ਕ੍ਰਾਸ ਕਰ ਰਹੀ ਹੈ ਤੇ ਉਹ ਚੀਜ਼ ਦੀ ਆਪਣੀ ਕੋਈ ਲੈਂਥ ਹੈ ਤਾਂ ਉੱਥੇ ਆਪਾਂ ਟੋਟਲ ਜਿਹੜਾ ਡਿਸਟੈਂਸ ਕੱਢਾਂਗੇ ਉਹਦੇ ਵਿੱਚ ਟ੍ਰੇਨ ਦੀ ਲੰਬਾਈ ਪਲੱਸ ਉਸ ਚੀਜ਼ ਦੀ ਲੰਬਾਈ ਨੂੰ ਆਪਾਂ ਐਡ ਕਰ ਦਾਂਗੇ। ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਇੱਕ ਹੋਰ ਇੰਪੋਰਟੈਂਟ ਗੱਲ ਆ, ਮੰਨ ਲਓ ਦੋ ਟ੍ਰੇਨਸ ਨੇ ਜਾਂ ਦੋ ਬਾਡੀਜ਼ ਨੇ ਉਹ ਸੇਮ ਡਾਇਰੈਕਸ਼ਨ ਦੇ ਵਿੱਚ ਜਾ ਰਹੀਆਂ ਨੇ ਤਾਂ ਉੱਥੇ ਆਪਾਂ ਨੇ ਰਿਲੇਟਿਵ ਸਪੀਡ ਜਿਹੜੀ ਕੱਢਣੀ ਹੈ ਦੋਨਾਂ ਦੀ ਇੱਕ ਦੂਜੇ ਦੇ ਰਿਲੇਸ਼ਨ ਵਾਲੀ ਸਪੀਡ, ਸੋ ਉਹਨੂੰ ਆਪਾਂ ਮਾਈਨਸ ਕਰਾਂਗੇ। ਜਿੱਥੇ ਦੋਨੋਂ ਓਪੋਜ਼ਿਟ ਡਾਇਰੈਕਸ਼ਨਸ ਨੇ ਉੱਥੇ ਆਪਾਂ ਦੋਨਾਂ ਨੂੰ ਪਲੱਸ ਕਰਾਂਗੇ। ਇਹ ਚੀਜ਼ਾਂ ਅੱਗੇ ਅੱਜ ਆਪਾਂ ਕਾਫੀ ਸਾਰੇ ਕੁਐਸਚਨ ਕਰਨ ਵਾਲੇ ਆ ਰਿਲੇਟਿਵ ਸਪੀਡ ਨਾਲ ਰਿਲੇਟਡ, ਉੱਥੇ ਤੁਹਾਨੂੰ ਹੋਰ ਕਲੀਅਰ ਹੋ ਜਾਣਗੀਆਂ। ਹੁਣ ਮੰਨ ਲਓ ट्रेन की लेंथ है x किलोमीटर, दूजी दी है y किलोमीटर। टाइम टेकन बाय फास्टर ट्रेन टू क्रॉस द स्लो ट्रेन। सो वो आपां किवें कड्डांगे, ये ओहदा लग जूगा फार्मूला। सो जिन्ना दोनों का डिस्टेंस है वो उपर आऊगा, ऐड करांगे। हुणे दोनों सेम डायरैक्शन दे विच सी तां आपां इन्हां दी रिलेटिव स्पीड है जिहड़ी ओहनूं माइनस कर दांगे क्योंकि टाइम का फार्मूला की हो गया डिस्टेंस अपॉन स्पीड। सो ये फार्मूला लगा के आपां कढ लांगे टाइम। उस तो बाद दो ट्रेन्स ने ओपोजिट डायरैक्शन च नहीं तो इन्हां दी रिलेटिव स्पीड हो जू प्लस, बाकी बिल्कुल सेम फार्मूला है क्योंकि क्वेश्चन इसे टाइप के तुहानूं स्टेटमेंट बेस्ड क्वेश्चन देखने को मिलते हैं कि दो ट्रेन्स ने, एक दी स्पीड इन्नी सी, डिस्टेंस इन्ना सी। जिहड़ी स्लो ट्रेन है या फास्ट ट्रेन है उन्हें क्रॉस करने के लिए फास्ट ट्रेन ने स्लो ट्रेन नूं कितना समा लिया या फिर स्लो ट्रेन कितना समा पिछे रह गई फास्ट ट्रेन तो। सो ਉਹਦੇ ਲਈ ਇਹੀ ਦੋ ਫਾਰਮੂਲੇ ਬਾਰ-ਬਾਰ ਤੁਸੀਂ ਅਪਲਾਈ ਕਰਨੇ ਨੇ। ਇਸ ਤੋਂ ਬਾਹਰ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਸਿੰਪਲੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪॉन ਟਾਈਮ। ਇਹ ਇੱਕ ਫਾਰਮੂਲਾ ਹੋ ਗਿਆ। ਦੂਜੀ ਚੀਜ਼ ਯਾਦ ਰੱਖ ਲਓ ਕਿ ਜੋ ट्रेन की अपनी स्पीड है जो किसी चीज़ ਨੂੰ ਉਹਨੇ क्रॉस करना तो ਉਹਦਾ डिस्टेंस बन जाऊगा। तीजी चीज़ याद रख लो ਆਪਾਂ ਨੇ डिस्टेंस ऐड करना है जे किसी होर चीज़ ਨੂੰ ਜਿਹਨੂੰ क्रॉस कर रही है ਉਹਦਾ अपना खुद का कोई लेंथ है। चौथी चीज़ याद रख लो रिलेटिव स्पीड किवें कढनी है, जे सेम डायरैक्शन ने माइनस कर दो, ओपोजिट डायरैक्शन ने प्लस कर दो। उस तो बाद फिर तुसी टाइम का फॉर्मूला किवें लगाना। ਇਹ 6-7 ਚੀਜ਼ਾਂ ਤੁਸੀਂ ਇੱਕ ਵਾਰੀ ਆਪਣੀ ਟਿਪਸ ਤੇ ਕਰ ਲਓ, ਤੁਹਾਡਾ ਕੋਈ ਵੀ ਕੁਐਸਚਨ ਉੱਥੇ ਗਲਤ ਨਹੀਂ ਹੋਣ ਵਾਲਾ। ਨਾਲੇ ਤੁਹਾਡੇ ਫਾਰਮੂਲਿਆਂ ਦੇ ਨਾਲ ਇਹ ਟ੍ਰਿਕਸ ਦੇ ਨਾਲ ਟਾਈਮ ਵੀ ਬਹੁਤ ਸੇਵ ਹੁੰਦਾ ਹੈ ਪੇਪਰ ਵਿੱਚ।
ਸੋ ਅਗਲਾ ਇੱਕ ਹੋਰ ਇੰਪੋਰਟੈਂਟ ਕਨਸੈਪਟ ਹੈ, ਇਹ ਚੀਜ਼ਾਂ ਤੁਹਾਡੇ ਡਾਇਰੈਕਟਲੀ ਪੇਪਰ ਦੇ ਵਿੱਚ ਸਟੇਟਮੈਂਟ ਬੇਸਡ ਜਿਹੜੇ ਕੁਐਸਚਨਸ ਹੋਣਗੇ, ਜਿੱਥੇ ਤੁਹਾਨੂੰ ਇਸ ਟਾਈਪ ਦੀ ਇਨਫੋਰਮੇਸ਼ਨ ਦਿੱਤੀ ਹੋਗੀ, ਉੱਥੇ ਬਿਨਾਂ ਜ਼ਿਆਦਾ ਕੰਪਲਿਕੇਟ ਕੀਤੇ ਕੁਐਸਚਨ ਨੂੰ, ਸੋਲੂਸ਼ਨ ਨੂੰ ਤੁਸੀਂ ਫਟਾਫਟ ਇਹ ਚੀਜ਼ ਲਗਾਓਗੇ ਕਿ ਤੁਹਾਡਾ ਆਨਸਰ ਨਿਕਲ ਆਊਗਾ। ਹੁਣ ਇਹ 5th ਕੇਸ ਉਹ ਹੈ ਜਿੱਥੇ ਦੋ ਟ੍ਰੇਨ ਸੇਮ ਟਾਈਮ ਉੱਤੇ ਸਟਾਰਟ ਹੁੰਦੀਆਂ ਨੇ, ਇੱਕ A ਤੋਂ ਇੱਕ B ਤੋਂ, ਤੇ A B ਵੱਲ ਨੂੰ ਜਾ ਰਹੀ ਹੈ, B A ਵੱਲ ਨੂੰ ਜਾ ਰਹੀ ਹੈ, ਤੇ ਇੱਕ ਦੂਜੇ ਨੂੰ ਕ੍ਰਾਸ ਕਰਦੀਆਂ ਨੇ, ਤੇ B A ਤੱਕ ਪਹੁੰਚਣ ਲਈ ਇੱਕ ਟਾਈਮ ਲੈਂਦੀ ਹੈ A ਆਰਸ, A B ਤੱਕ ਪਹੁੰਚਣ ਲਈ B ਆਰ। ਹੁਣ ਆਪਾਂ ਨੇ ਜੇ ਇਹਨਾਂ ਦੀ ਸਪੀਡ ਹੈ, ਜਿਹੜੀ ਇਹਨਾਂ ਦੀ ਸਪੀਡ ਹੋਊਗੀ ਉਹਦੀ ਰੇਸ਼ੋ ਇਹਨਾਂ ਦੀ ਰੂਟ ਤੇ ਜੋ ਇਹਨਾਂ ਦਾ ਟਾਈਮ ਦਾ ਰੂਟ ਹੈ ਉਹਦੀ ਰੇਸ਼ੋ ਦੇ ਬਰਾਬਰ ਹੋਊਗਾ। ਸੋ ਉੱਥੇ ਕੁਐਸਚਨ ਦੇ ਵਿੱਚ ਤੁਹਾਨੂੰ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਚੀਜ਼ ਮਿਸਿੰਗ ਹੋਊਗੀ ਜੋ ਪੁੱਛੀ ਜਾਊਗੀ। ਜੇ ਤੁਹਾਨੂੰ ਇਹ ਇਕੁਏਸ਼ਨ ਪਤਾ ਹੈ ਕਿ ਇਹ ਆਪਸ ਦੇ ਵਿੱਚ ਰੇਸ਼ੋ ਚ ਨੇ, ਇੱਕ ਦੂਜੇ ਦੇ ਪ੍ਰਪੋਰਸ਼ਨ ਚ ਨੇ, ਬਰਾਬਰ ਨੇ, ਤਾਂ ਉੱਥੇ ਤੁਸੀਂ ਸਿੰਪਲੀ ਸਿਰਫ ਕੁਐਸਚਨ ਚੋਂ ਵੈਲਿਊਜ਼ ਪੁੱਟ ਕਰਨੀਆਂ ਹੋਣਗੀਆਂ, ਤੁਹਾਡਾ ਆਨਸਰ ਆਪਣੇ ਆਪ ਨਿਕਲ ਆਊਗਾ। ਹੁਣ ਆਪਾਂ ਫਟਾਫਟ ਟ੍ਰੇਨ ਵਾਲੇ ਕੁਝ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅ ਟ੍ਰੇਨ 100 ਮੀਟਰ ਲੌਂਗ, ਇੱਕ ਟ੍ਰੇਨ ਹੈ, ਉਹਦੀ ਲੈਂਥ ਹੈ 100 ਮੀਟਰ, ਟੇਕ 9 ਸੈਕਿੰਡ ਟੂ ਕ੍ਰਾਸ ਅ ਮੈਨ, ਉਹ ਇੱਕ ਮੈਨ ਨੂੰ ਕ੍ਰਾਸ ਕਰਨ ਦੇ ਲਈ 9 ਸੈਕਿੰਡ ਦਾ ਸਮਾਂ ਲਗਾਉਂਦੀ ਹੈ, ਜਿਹੜਾ ਮੈਨ 5 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਉੱਤੇ ਟ੍ਰੇਨ ਤੋਂ ਆਪੋਜ਼ਿਟ ਡਾਇਰੈਕਸ਼ਨ ਵੱਲ ਤੁਰ ਕੇ ਜਾ ਰਿਹਾ। ਆਪਾਂ ਨੇ ਟ੍ਰੇਨ ਦੀ ਸਪੀਡ ਕੱਢਣੀ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਜੋ ਟ੍ਰੇਨ ਦੀ ਲੈਂਥ ਹੁੰਦੀ ਹੈ ਉਹ ਡਿਸਟੈਂਸ ਹੁੰਦਾ ਹੈ, ਕਿਉਂਕਿ ਇੰਨਾ ਡਿਸਟੈਂਸ ਇੱਕ ਪਰਸਨ ਇਸ ਸਪੀਡ ਤੇ ਕਵਰ ਕਰ ਰਿਹਾ ਹੈ। ਸੋ ਕਿਉਂਕਿ ਟ੍ਰੇਨ ਨੂੰ ਜਦੋਂ ਕ੍ਰਾਸ ਕਰ ਰਿਹਾ ਤਾਂ ਇੰਨਾ ਡਿਸਟੈਂਸ ਕਵਰ ਹੋਊਗਾ। ਸੋ ਕੁਐਸਚਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਡਿਸਟੈਂਸ ਫਟਾਫਟ ਲਿਖ ਲੈਣਾ। ਟਾਈਮ ਕਿੰਨਾ ਹੈ? ਸੋ ਟਾਈਮ ਆਪਾਂ ਨੇ ਦੇਖ ਲਿਆ, ਟਾਈਮ ਹੈ ਉਰੇ 9 ਸੈਕਿੰਡ। ਹੁਣ ਆਪਣੇ ਕੋਲ ਉਰੇ ਪਹਿਲੀ ਚੀਜ਼ ਮੈਨ ਦੀ ਸਪੀਡ ਦੱਸੀ ਹੋਈ ਹੈ, ਕੁਐਸਚਨ ਚ ਪੁੱਛਿਆ ਹੋਇਆ ਟ੍ਰੇਨ ਦੀ ਸਪੀਡ। ਮੰਨ ਲਓ ਟ੍ਰੇਨ ਦੀ ਸਪੀਡ ਹੈ x, ਤਾਂ ਉਰੇ ਆਪਾਂ ਰਿਲੇਟਿਵ ਸਪੀਡ ਸਭ ਤੋਂ ਪਹਿਲਾਂ ਤਾਂ ਕੱਢਾਂਗੇ। ਰਿਲੇਟਿਵ ਸਪੀਡ ਹੁੰਦੀ ਹੈ ਕਿ ਪਰਸਨ ਦੀ ਮੈਨ ਦੀ ਆਪੋਜ਼ਿਟ ਡਾਇਰੈਕਸ਼ਨ ਚ ਚੱਲਦੇ ਹੋਏ ਟ੍ਰੇਨ ਦੇ ਰਿਲੇਸ਼ਨ ਦੇ ਵਿੱਚ, ਕਿਉਂਕਿ ਟ੍ਰੇਨ ਵੀ ਮੂਵਿੰਗ ਹੈ, ਕਿੰਨੀ ਸਪੀਡ ਹੋਊਗੀ? ਸੋ ਜਿੰਨੀ ਟ੍ਰੇਨ ਦੀ ਸਪੀਡ ਹੈ ਪਲੱਸ ਜਿੰਨੀ ਮੈਨ ਦੀ ਸਪੀਡ ਹੈ। ਉਸ ਤੋਂ ਬਾਅਦ ਹੁਣ ਇਹ ਚੀਜ਼ ਆਪਣੇ ਕੋਲ ਆ ਗਈ ਮੀਟਰ ਪਰ ਸੈਕਿੰਡ, ਪਰ ਆਪਾਂ ਨੂੰ ਪਤਾ ਚੱਲ ਰਿਹਾ ਹੈ ਕਿ ਜਿਹੜਾ ਕਿਲੋਮੀਟਰ ਪਰ ਆਰ ਦੇ ਵਿੱਚ ਜਿਹੜੀ ਆਪਾਂ ਨੇ ਕੱਢੀ ਹੈ, ਪਰ ਉਰੇ ਆਪਾਂ ਨੂੰ ਹੁਣ ਦਿਖ ਰਿਹਾ ਕਿ ਟ੍ਰੇਨ ਦੀ ਜਿਹੜੀ ਲੈਂਥ ਹੈ, ਟਾਈਮ ਹੈ, ਇਹ ਮੀਟਰ ਪਰ ਸੈਕਿੰਡ ਚ ਹੈ। ਸੋ ਹੁਣ ਆਪਾਂ ਰਿਲੇਟਿਵ ਸਪੀਡ ਨੂੰ ਸਭ ਤੋਂ ਪਹਿਲੇ ਨੰਬਰ ਤੇ ਕਿਲੋਮੀਟਰ ਪਰ ਆਰ ਤੋਂ ਬਦਲ ਕੇ ਇਹਨੂੰ ਆਪਾਂ ਮੀਟਰ ਪਰ ਸੈਕਿੰਡ ਚ ਕਨਵਰਟ ਕਰਾਂਗੇ। ਡਿਸਟੈਂਸ ਕਿੰਨਾ ਸੀ? 100। ਇਹ ਆ ਗਈ ਆਪਣੇ ਕੋਲ ਸਪੀਡ। ਹੁਣ ਜੇ ਤੁਸੀਂ ਸਿੰਪਲ ਫਾਰਮੂਲਾ ਸੋਚੋਗੇ, ਸਪੀਡ ਕਿਹਦੇ ਬਰਾਬਰ ਹੁੰਦੀ ਹੈ? ਡਿਸਟੈਂਸ ਇਨਟੂ ਟਾਈਮ। ਇਹ ਸਪੀਡ ਹੈ, ਡਿਸਟੈਂਸ ਇਨਟੂ ਟਾਈਮ। ਹੁਣ ਉਰੇ ਆਪਣੇ ਕੋਲ ਸਪੀਡ ਹੈ ਇੰਨੀ, ਟਾਈਮ ਹੈ ਆਪਣੇ ਕੋਲ 9 ਸੈਕਿੰਡ, ਤੇ ਆਪਣੇ ਕੋਲ ਡਿਸਟੈਂਸ ਹੈ 100। ਜਦੋਂ ਆਪਾਂ ਇਸ ਇਕੁਏਸ਼ਨ ਦੇ ਵਿੱਚ ਵੈਲਿਊਜ਼ ਨੂੰ ਫਿਲ ਕਰ ਦਾਂਗੇ, ਆਪਣੇ ਕੋਲ ਇਹ x ਦੀ ਵੈਲਿਊ ਆਊਗੀ ਜੋ ਕੁਐਸਚਨ ਦੇ ਵਿੱਚ ਪੁੱਛੀ ਹੋਈ ਹੈ। ਸੋ ਇਹ ਆ ਜਾਊਗੀ 35 ਕਿਲੋਮੀਟਰ ਪਰ ਆਰ, ਕਿਉਂਕਿ ਆਪਾਂ ਨੇ ਜੋ ਸਪੀਡ ਲੈਟ ਕੀਤੀ ਸੀ ਤਾਂ ਆਪਾਂ ਨੇ ਕਿਲੋਮੀਟਰ ਪਰ ਆਰ ਚ ਉੱਥੇ ਲੈਟ ਕੀਤੀ ਸੀ। ਸੋ ਆਨਸਰ ਆਊਗਾ 35 ਕਿਲੋਮੀਟਰ ਪਰ ਆਰ। ਸਿੰਪਲੀ ਆਪਾਂ ਨੇ ਸਿੱਧਾ ਸਿੱਧਾ ਫਾਰਮੂਲੇ ਲਗਾਉਂਦੇ ਜਾਣਾ, ਪਰ ਇਹ ਟਾਈਪ ਦੇ ਕੁਐਸਚਨ ਪੇਪਰ ਆਉਂਦੇ ਬਹੁਤ ਵਾਰੀ ਨੇ, ਇਸ ਲਈ ਮੈਂ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਇਹੀ ਕੁਐਸਚਨ ਕਰਕੇ ਦਿਖਾ ਰਹੀ ਹਾਂ। ਜਿੱਥੇ ਦੋ ਚੀਜ਼ਾਂ ਮੂਵਿੰਗ ਹੋਣ, ਇੱਕ ਚੀਜ਼ ਦੂਜੇ ਨੂੰ ਕ੍ਰਾਸ ਕਰ ਰਹੀ ਹੈ, ਤੁਸੀਂ ਸਭ ਤੋਂ ਪਹਿਲਾਂ ਉੱਥੇ ਰਿਲੇਟਿਵ ਸਪੀਡ ਕੱਢਣੀ ਹੈ। ਅੱਗੇ ਆ ਗਿਆ, ਦੋ ਟ੍ਰੇਨਸ ਨੇ, ਉਹਨਾਂ ਦੇ ਆਪਣੇ ਕੋਲ ਲੈਂਥ ਦੱਸੀ ਹੋਈ ਹੈ, ਇੱਕ ਦੂਜੇ ਵੱਲ ਜਾ ਰਹੀਆਂ ਨੇ, ਪਰ ਉਹ ਪੈਰਲਲ ਲਾਈਨਸ ਤੇ ਨੇ, ਅਲੱਗ-ਅਲੱਗ ਲਾਈਨਸ ਦੇ ਉੱਤੇ ਨੇ ਦੋਨੋਂ ਟ੍ਰੇਨ। ਉਸ ਤੋਂ ਬਾਅਦ ਕਹਿ ਰਿਹਾ ਕੁਐਸਚਨ, ਪੈਰਲਲ ਲਾਈਨ ਤੇ ਆਪਣੇ ਕੋਲ ਸਪੀਡ ਵੀ ਦਿੱਤੀ ਹੋਈ ਹੈ, ਸੇਮ ਕਾਫੀ ਹੱਦ ਤੱਕ ਜਿਵੇਂ ਦਾ ਆਪਾਂ ਨੇ ਪਿੱਛੇ ਕੁਐਸਚਨ ਕੀਤਾ ਹੈ, ਕਿਉਂਕਿ ਜਦੋਂ ਵੀ ਦੋ ਚੀਜ਼ਾਂ ਦੇ ਰਿਲੇਸ਼ਨ ਦੀ ਗੱਲ ਆਉਂਦੀ ਹੈ, ਉੱਥੇ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਰਿਲੇਟਿਵ ਸਪੀਡ ਹੀ ਕੱਢਦੇ ਹਾਂ। ਰਿਲੇਟਿਵ ਸਪੀਡ ਹੁੰਦੀ ਹੈ ਦੋਨਾਂ ਦੀ ਸਪੀਡ ਦਾ ਟੋਟਲ। ਇਹ ਪਹਿਲਾਂ ਤਾਂ ਫਾਰਮੂਲਾ ਸਿੰਪਲ ਜਿਹਾ ਆਪਣੇ ਦਿਮਾਗ 'ਚ ਬਿਠਾ ਲਓ। In what time they will be clear of each other from the moment they meet? So relative speed ਕਿੰਨੀ ਆ ਗਈ? ਇਹ ਆ ਗਈ ਦੋਨਾਂ ਦੀ ਸਪੀਡ ਦਾ ਟੋਟਲ 42 + 30, ਤੇ relative speed ਉੱਥੇ ਐਡ ਕਰਨੀ ਹੈ ਜਿੱਥੇ opposite direction ਚ ਆ ਰਹੀਆਂ ਨੇ, ਜਿੱਥੇ ਸੇਮ ਚ ਜਾ ਰਹੀਆਂ ਨੇ ਉੱਥੇ relative speed ਕੱਢਣ ਲਈ ਆਪਾਂ ਮਾਈਨਸ ਕਰਾਂਗੇ।
सो उरे हुण आपां ओपोजिट है तो आपां प्लस कर दांगे 72 किलोमीटर पर आवर आ गई पर अपने को ਜਿਹੜੀਆਂ ਫਿਗਰਸ ਨੇ ਉਹਨੇ ਮੀਟਰ ਦੇ ਵਿੱਚ ਸੋ ਇਹਨੂੰ ਹੁਣ ਆਪਾਂ ਮੀਟਰ ਪਰ ਸੈਕਿੰਡ ਕਨਵਰਟ ਕਰਨ ਦੇ ਲਈ 72 ਮਲਟੀਪਲਾਈ ਬਾਈ 5 ਬਾਈ 18 ਇਹ ਕੱਟਿਆ ਗਿਆ ਤੇ ਆਨਸਰ ਆ ਗਿਆ 20 ਮੀਟਰ ਪਰ ਸੈਕਿੰਡ ਡਿਸਟੈਂਸ ਟੋਟਲ ਕਿੰਨਾ ਉਹਨਾਂ ਨੇ ਕਵਰ ਕੀਤਾ ਹੈ ਡਿਸਟੈਂਸ ਇੱਕ ਦੂਜੇ ਨੂੰ ਪਾਸ ਕਰਨ ਦੇ ਲਈ ਕਿੰਨਾ ਕਵਰ ਕੀਤਾ ਹੈ ਹੁਣ ਉਹਦੇ ਦੋ ਟ੍ਰੇਨਸ ਨੇ ਕੋਈ ਮੈਨ ਨਹੀਂ ਹੈ ਜਿਵੇਂ ਕੋਈ ਪੋਲ ਹੈ ਕੋਈ ਮੈਨ ਹੈ ਉੱਥੇ ਤੋਂ ਉਹਦੀ ਆਪਣੀ ਕੋਈ ਡਿਸਟੈਂਸ ਨਹੀਂ ਹੁੰਦਾ ਉਰੇ ਹੁਣ ਦੋ ਟ੍ਰੇਨਸ ਨੇ ਦੋਨਾਂ ਦੀ ਆਪਣੀ ਆਪਣੀ ਲੈਂਥ ਹੈ ਸੋ ਟੋਟਲ ਡਿਸਟੈਂਸ ਬਣ ਜੂਗਾ ਦੋਨਾਂ ਦਾ ਜੋੜ ਸੋ ਉਹ ਹੋ ਗਿਆ 128 plus 132 ਡਿਸਟੈਂਸ ਆ ਗਿਆ 260 ਹੁਣ ਟਾਈਮ ਕੱਢਣਾ ਸਿੰਪਲੀ ਆਪਾਂ ਤਾਂ ਟਾਈਮ ਦੇ ਲਈ ਆਪਾਂ ਡਿਸਟੈਂਸ ਅਪਨ ਸਪੀਡ ਕਰ ਦਾਂਗੇ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਇਨਟੂ ਟਾਈਮ ਹੁੰਦਾ ਸੋ ਇਹਨੂੰ ਆਪਾਂ ਇੱਧਰ ਲੈ ਗਏ ਤਾਂ ਆਪਣੀ ਇਹ ਇਕੁਏਸ਼ਨ ਬਣ ਗਈ ਸਪੀਡ ਡਿਸਟੈਂਸ ਅਪਨ speed is equal to time so 260 divide by 20 ये आ गया 13 सेकंड अपने कोल टाइम अगला क्वेश्चन है दो ट्रेन्स ने मूव कर रही ने सेम डायरेक्शन हुण उहदे सेम डायरेक्शन वाला क्वेश्चन आ गया तो पहले नंबर ते तां रिलेटिव स्पीड नूं लैके की होगा माइनस होगा सो रिलेटिव स्पीड आ जूगी 20 किलोमीटर पर आवर ਹੁਣ ਉਰੇ ਆਪਣੇ ਕੋਲ ਟਾਈਮ ਸੈਕਿੰਡ ਚ ਹੈ ਤਾਂ ਆਪਾਂ ਇਹਨੂੰ ਮੀਟਰ ਪਰ ਸੈਕਿੰਡ ਕਨਵਰਟ ਕਰਾਂਗੇ ਮਲਟੀਪਲਾਈ ਕਰਾਂਗੇ 5/18 ਨਾਲ ਸੋ ਰਿਲੇਟਿਵ ਸਪੀਡ ਆ ਗਈ ਆਪਣੇ ਕੋਲ 50/9 ਮੀਟਰ ਪਰ ਸੈਕਿੰਡ ਡਿਸਟੈਂਸ ਕਿੰਨਾ ਕਵਰ ਕੀਤਾ ਸੋ ਹੁਣ ਉਰੇ ਆਪਣੇ ਕੋਲ ਡਿਸਟੈਂਸ ਫਾਈਂਡ ਆਊਟ ਕਰਨਾ ਜਿਵੇਂ ਪਹਿਲਾਂ ਤਾਂ ਆਪਣੇ ਕੋਲ ਲੈਂਥ ਸੀ ਟ੍ਰੇਨ ਦੀ ਦਿੱਤੀ ਹੋਈ ਕੁਐਸਚਨ ਉਰੇ ਲੈਂਥ ਦਿੱਤੀ ਨੂੰ ਹੀ ਆਪਾਂ ਨੇ ਪਤਾ ਕਰਨੀ ਹੈ ਤੇ ਲੈਂਥ ਕੀ ਹੁੰਦੀ ਹੈ ਡਿਸਟੈਂਸ ਇਹ ਮੈਂ ਤੁਹਾਨੂੰ ਪਹਿਲਾਂ ਹੀ ਚੀਜ਼ ਦੱਸ ਚੁੱਕੀ ਆ ਸੋ ਤੁਸੀਂ ਦੇਖ ਕੇ ਘਬਰਾ ਨਹੀਂ ਜਾਣਾ ਕਿ ਇਹ ਕੀ ਪੁੱਛ ਲਿਆ सो सिंपली अपन डिस्टेंस पूछा है क्योंकि टाइम ते स्पीड अपने कोल आ गई सो आप फॉर्मूला लगा देंगे 18 मल्टीप्लाई बाय 50/9 सो 100 आ गई 100 मीटर लेंथ ट्रेन दी सो नेक्स्ट क्वेश्चन भी ऑलमोस्ट सिमिलर ही है इस टाइप के क्वेश्चन ही पेपर ज्यादा आते हैं ट्रेन दे विचों इसलिए मैं तुहानूं इहदे उत्ते मेन फोकस रख के प्रैक्टिस करवा रही हूं सो दैट इस लैक्चर दे नाल ही तुहाडा इह वाला जिहड़ा एक टॉपिक है ये पक्का हो जाए A train 125 मीटर लॉन्ग डिस्टेंस आ गया क्वेश्चन दा स्पीड 50 एक मैन नू पास कर रही है जो मैन 5 किलोमीटर पर आवर ते चल रहा है पर हुण वो ट्रेन दे नाल नाल चल रहा है सेम डायरेक्शन चल रहा है तो रिलेटिव स्पीड नू आपां माइनस करांगे 50 चों 5 घटाए 45 पर क्वेश्चन है मीटर च सो उरे हुण इहनू मीटर च कन्वर्ट करन लई 5/18 सो अपने को रिलेटिव स्पीड आ गई 25/2 मीटर पर सेकंड डिस्टेंस कितना सी 125 फार्मूला की हुंदा स्पीड इज इक्वल टू डिस्टेंस अपॉन टाइम सो टाइम हो जू डिस्टेंस अपॉन स्पीड सो डिस्टेंस अपॉन स्पीड कितनी है 25 का 2 चला जाऊगा ऊपर सो ये गया 5 ते 10 सेकंड आ गया टाइम वेरी सिंपल अगला क्वेश्चन है 120 मीटर लंबी ट्रेन है 54 किलोमीटर पर आवर ते चल रही है क्वेश्चन पूछा है कि इलैक्ट्रिक पोल नूं किन्ने समय च क्रॉस करूगी हुण उरे सिंपली आपां ने टाइम कढना अपने कोल सब तो पहला तां स्पीड दित्ती हुई है 54 किलोमीटर पर आवर पर ये मीटर च है तां आपां टाइम उरे सेकंड च कढांगे सो इहनूं कन्वर्ट कर लो 54 इंटू मेन चीज यही हुंदी है कन्वर्जन हर क्वेश्चन तुहानूं करन दी जरूरत पै सकदी है सो इहदी तुसीं ज़्यादा तो ज़्यादा प्रैक्टिस करनी है सो स्पीड आ जाऊगी 15 मीटर पर सेकंड डिस्टेंस कितना अपने को 120 सो टाइम आ गया डिस्टेंस अपॉन स्पीड सो आ गया 8 सेकंड सो उस तो बाद हुण आपां लास्ट दे उत्ते एक इंपॉर्टेंट चीज देखांगे ये चीज समझनी बहुत जरूरी है कि आपां ने मीटर पर सेकंड नूं किलोमीटर पर आवर च किवें बदलना है किलोमीटर पर आवर नूं मीटर पर सेकंड दे विच किवें बदलना है क्योंकि पेपर च की हुंदा तुहानूं ऑप्शनस दे विच जेहड़ी चीज पूछी हुई है क्वेश्चन मान लो तुहानूं स्पीड दी डिस्टेंस दी मीटर होवे या टाइम होते तुहानूं आवर च ना होवे सेकंड च होवे ये चीज सब तो ज्यादा स्टूडेंट्स दा टाइम वेस्ट करदी है तुसी बार बार चेक करी जाने हो कि साडी सारी कैलकुलेशन सही है सब कुछ सही है साडा आंसर क्यों सही नहीं आ रहा साडी कोई ऑप्शन क्यों नहीं सानू दिख रही जिहड़ा साडा आंसर निकल रहा है सो उत्थे तुहाडी गलती हुंदी है कि तुसी जो क्वेश्चन दे विच स्पीड है ओनू तुसी पहला जो आंसर विच चीज पूछी हुई है ओहदे विच बदल देनी सो हुण आपां यही कंसैप्ट नूं समझण लई ये दो क्वेश्चन सॉल्व करके देखांगे स्पीड है 16 मीटर पर सेकंड इन्ना चो किहदे बराबर हो
ਸੋ ਮਤਲਬ ਜਦੋਂ ਆਪਾਂ ਨੂੰ ਕਿਲੋਮੀਟਰ ਪਰ ਆਰ ਚ ਕਰਾਂਗੇ ਤਾਂ ਇੱਕ ਬਰਾਬਰ ਹੋ ਜਾਊਗੀ। ਇਹਨੂੰ ਬਰਾਬਰ ਕਰਨ ਦੇ ਲਈ ਆਪਾਂ ਕਨਵਰਟ ਕਿਵੇਂ ਕਰਾਂਗੇ? ਸੋ ਉੱਥੇ ਆਪਾਂ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਦੋਂ ਆਪਾਂ ਨੇ ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪਰ ਆਰ ਚ ਬਦਲਣਾ ਹੋਵੇ 18/5 ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ। ਸੋ ਜਦੋਂ ਇਹਨੂੰ ਸੋਲਵ ਕਰਾਂਗੇ ਆਂਸਰ ਆਊਗਾ 57.6 ਕਿਲੋਮੀਟਰ ਪਰ ਆਰ। ਸੇਮ ਅਗਲਾ ਕੁਐਸਚਨ ਹੈ, ਇੱਕ ਟ੍ਰੇਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਮੂਵ ਕਰ ਰਹੀ ਹੈ। ਇਹ ਸਪੀਡ ਮੀਟਰ ਪਰ ਸੈਕਿੰਡ ਵਿੱਚ ਕਿੰਨੀ ਹੋਊ? ਸੋ ਮੀਟਰ ਪਰ ਸੈਕਿੰਡ ਦੇ ਵਿੱਚ ਉਲਟਾ ਹੋ ਜਾਂਦਾ, 180 ਮਲਟੀਪਲਾਈ ਬਾਈ 5/18 ਇਹਦੇ ਨਾਲ ਕੱਟਿਆ ਗਿਆ, 50 ਮੀਟਰ ਪਰ ਸੈਕਿੰਡ ਹੋਊਗੀ ਟ੍ਰੇਨ ਦੀ ਸਪੀਡ। ਸੋ 50 ਮੀਟਰ ਪਰ ਸੈਕਿੰਡ ਤੇ 180 ਕਿਲੋਮੀਟਰ ਪਰ ਆਰ ਦੋਨੋਂ ਸਪੀਡ ਸੇਮ ਨੇ। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਟੌਪਿਕ। ਥੈਂਕ ਯੂ ਐਂਡ ਗੁੱਡ ਲੱਕ।